ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਨਾਸਰੀ ਰਾਗ ਵਿੱਚ ਬੜਾ ਪਾਵਨ ਬਚਨ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਹਰੇਕ ਇਨਸਾਨ ਵਿੱਚ ਜੋਤ ਦਾ ਪ੍ਰਕਾਸ਼ ਹੈ। ਇਸੇ ਜੋਤ ਦੇ ਪ੍ਰਕਾਸ਼ ਤੋਂ ਸਾਡਾ ਸਾਰਿਆਂ ਦਾ ਸਰੀਰ, ਮਟੀਰੀਅਲਿਸਟਿਕ ਬਾਡੀ, ਇਹ ਹਰ ਵੇਲੇ ਤੁਰਦਾ ਫਿਰਦਾ ਹੈ, ਦਿਮਾਗ ਸੋਚਦਾ ਹੈ ਤੇ ਸਾਡੀ ਜ਼ਿੰਦਗੀ ਕਾਇਮ ਹੈ। ਅਭਿਆਸੀ ਬੰਦੇ ਨੂੰ ਉਤਲੀਆਂ ਮੰਜ਼ਲਾਂ ਵਿੱਚ ਇਸ ਜੋਤ ਦੇ ਝਲਕੇ ਪੈਣੇ ਸ਼ੁਰੂ ਹੋ ਜਾਂਦੇ ਨੇ। ਬੈਠਿਆਂ ਬੈਠਿਆਂ ਆਪਣੇ ਆਪ ਵਿੱਚ ਬਿਜਲੀ ਦੀ ਲਿਸ਼ਕ ਵਰਗਾ ਲਿਸ਼ਕਾਰਾਂ ਮਾਰਦੀ ਦਿਸਦੀ ਹੈ, ਪਰ ਇਸ ਲਿਸ਼ਕ ਵਿੱਚ ਗਰਮੀ ਦੀ ਬਜਾਏ ਕਮਾਲ ਦੀ ਸੀਤਲਤਾ ਹੁੰਦੀ ਹੈ। ਅਭਿਆਸ ਦੇ ਪਹਿਲੇ ਆ ਰਹੇ ਆਨੰਦ ਵਿੱਚੋਂ ਇੱਕ ਨਵੇਂ ਇਲਾਹੀ ਆਨੰਦ ਦਾ ਸਵਾਦ ਪ੍ਰਤੀਤ ਹੋ ਜਾਂਦਾ ਹੈ। ਇਸ ਲਿਸ਼ਕਾਰੇ ਮਗਰੋਂ ਫਿਰ ਪਹਿਲੀ ਹਾਲਤ ਵਿਆਪਕ ਹੋ ਜਾਂਦੀ ਹੈ। ਫਿਰ ਬੈਠਿਆਂ ਬੈਠਿਆਂ ਲਿਸ਼ਕਾਰਾ ਆਉਂਦਾ ਤੇ ਆਨੰਦ ਵਿੱਚੋਂ ਮਹਾਂ ਆਨੰਦ ਦਾ ਸਵਾਦ ਚੱਖੀਦਾ ਹੈ। ਅਭਿਆਸੀ ਮਸਤ ਹੋ ਜਾਂਦਾ ਹੈ, ਵਿਸਮਾਦ ਵਿੱਚ ਹੋ ਜਾਂਦਾ ਹੈ। ਬਾਹਰ ਦੀ ਦੁਨੀਆ ਵੱਲੋਂ ਬੇਕਾਰ ਆਦਮੀ ਜਪਦਾ ਹੈ, ਪਰ ਅੰਤਰ-ਆਤਮਾ ਵਿੱਚ ਸੁੱਖਾਂ ਦੇ ਖਜ਼ਾਨੇ ਖੁੱਲ੍ਹ ਜਾਂਦੇ ਨੇ। ਇਸ ਅਵਸਥਾ ਵਿੱਚ ਜੇਕਰ ਮਾਤਾ-ਪਿਤਾ ਜਾਂ ਇਸਤਰੀ ਜਾਂ ਕੋਈ ਹੋਰ ਰਿਸ਼ਤੇਦਾਰ ਆ ਕੇ ਸਦਾ ਚੁੱਪ ਰਹਿਣ ਦਾ, ਇਕਾਂਤ ਵਿੱਚ ਵਿਹਲੇ ਬੈਠੇ ਰਹਿਣ ਦਾ ਜਾਂ ਕੰਮਕਾਰ ਵਿੱਚ ਦਿਲ ਨਾ ਲੱਗਣ ਦਾ ਕਾਰਨ ਪੁੱਛੇ ਤਾਂ ਬੜਾ ਸਵਾਦ ਆਉਂਦਾ ਹੈ। ਅਸਲ ਵਿੱਚ ਅਭਿਆਸੀ ਆਪਣੀ ਅੰਦਰਲੀ ਦੌਲਤ ਨੂੰ ਲੁਕਾਉਂਦਾ ਹੈ ਤੇ ਟਾਲ-ਮਟੋਲ ਕਰਕੇ ਸੱਜਣਾ ਮਿੱਤਰਾਂ ਨੂੰ ਤਸੱਲੀ ਦਿਵਾਉਂਦਾ ਹੈ ਤੇ ਰਿਸ਼ਤੇਦਾਰਾਂ ਦੇ ਗੁੱਸੇ ਗਿਲੇ ਦੂਰ ਕਰ ਦਿੰਦਾ ਹੈ। ਅਭਿਆਸ ਦੇ ਵਧਣ ਨਾਲ ਇਹ ਨੂਰੀ ਲਿਸ਼ਕਾਰੇ ਛੇਤੀ ਹੀ ਆਉਣ ਲੱਗ ਪੈਂਦੇ ਨੇ ਤੇ ਅਖੀਰ ਵਿੱਚ ਨਿਰੰਜਨੀ ਜੋਤ ਦੇ ਸਾਖਿਆਤ ਦਰਸ਼ਨ ਹੋ ਜਾਂਦੇ ਨੇ। ਹਾਂ, ਇਸ ਜੋਤ ਵੱਲ ਇੱਕ ਛਿਣ ਤੋਂ ਵੱਧ ਤੱਕਿਆ ਨਹੀਂ ਜਾਂਦਾ, ਕਿਉਂਕਿ ਇਸ ਦਾ ਸੂਰਜ ਨਾਲੋਂ ਵੀ ਵਧੇਰੇ ਤੇਜ਼ ਹੁੰਦਾ ਹੈ, ਪਰ ਗਰਮੀ ਤੋਂ ਰਹਿਤ, ਸੀਤਲਤਾ ਅਤੇ ਆਨੰਦ ਦਾ ਸੋਮਾ ਜਾਪਦਾ। ਇਹ ਜੋਤ ਜ਼ਿੰਦਗੀ ਦਾ ਸਾਰ ਜਾਂ ਨਿਰੋਲ ਜੀਵਨ ਰੂਪ ਪਸਦੀ, ਜਿਸ ਵਿੱਚੋਂ ਪ੍ਰੇਮ, ਕਿਰਪਾਲਤਾ, ਨਿਰਭੈਤਾ, ਨਿਰਵੈਰਤਾ ਅਤੇ ਸਰਬ ਸ਼ਕਤੀਮਾਨਤਾ ਫੁੱਟ-ਫੁੱਟ ਕੇ ਨਿਕਲਦੇ ਨੇ। ਇਹ ਇਹਨਾਂ ਸਭ ਖੂਬੀਆਂ ਦਾ ਸਾਰ ਜਾਂ ਵਜੂਦ ਜਾਪਦੀ ਹੈ। ਇਸ ਜੋਤ ਦੇ ਐਨ ਅੰਦਰ ਕੁਝ ਹਰਕਤ ਜਾਂ ਹਿਲਣਾ ਪ੍ਰਤੀਤ ਹੁੰਦਾ ਹੈ, ਜਿਵੇਂ ਨੂਰ ਦਾ ਸੋਮਾ ਫੁੱਟ ਰਿਹਾ ਹੁੰਦਾ ਹੈ। ਕਦੇ-ਕਦੇ ਇਸ ਦੇ ਸੈਂਟਰ ਵਿੱਚ ਇਨਸਾਨੀ ਅੱਖ ਵਾਂਗ ਇੱਕ ਨੇਤਰ ਦਿਖਾਈ ਦਿੰਦਾ ਹੈ, ਜਿਸ ਨੇਤਰ ਵਿੱਚੋਂ ਇਹ ਜਾਗਦੀ ਜੋਤ ਕੁਝ ਅਜੀਬ ਮਿਹਰ ਭਰੀ ਨਜ਼ਰ ਨਾਲ ਤੱਕਦੀ ਤੇ ਮੁਸਕਰਾਉਂਦੀ ਹੈ। ਸਭ ਖੰਡਾਂ ਬ੍ਰਹਿਮੰਡਾਂ, ਕੁੱਲ ਸ੍ਰਿਸ਼ਟੀ ਦਾ ਸੋਮਾ ਇਹਾ ਜੋਤ ਜਾਗਦੀ ਜੋਤ ਹੈ। ਇਸੇ ਤੋਂ ਉਤਪੰਨ ਹੋ ਕੇ ਇਸੇ ਵੱਲ ਜਾਣ ਬੁੱਝ ਕੇ ਜਾਂ ਅਣਜਾਣ ਪੁਣੇ ਵਿੱਚ ਸਭ ਇਸੇ ਵੱਲ ਜਾ ਰਹੇ ਨੇ। ਆਤਮਿਕ ਸਫ਼ਰ ਦੀ ਇਹਾ ਮੰਜ਼ਿਲ ਹੈ, ਇਹਾ ਨਿਸ਼ਾਨ ਹੈ। ਇਸ ਜੋਤ ਵਿੱਚ ਜਾਪ ਸਾਹਿਬ ਵਿੱਚ ਲਿਖੇ ਅਕਾਲ ਪੁਰਖ ਦੇ ਸਾਰੇ ਗੁਣ ਪ੍ਰਤੀਤ ਹੁੰਦੇ ਨੇ। ਇਹ ਜਾਗਦੀ ਜੋਤ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ, ਪ੍ਰਤੱਖ ਅਤੇ ਸਾਫ਼ ਦਿਸਦੀ। ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਨੇ। ਅਭਿਆਸੀ ਬੰਦਾ ਆਪਣੇ ਆਪ ਨੂੰ ਇਸ ਜਾਗਦੀ ਜੋਤ ਦਾ ਇੱਕ ਹਿੱਸਾ ਸਮਝਦਾ ਹੈ ਤੇ ਇੱਕ ਕਿਰਨ ਦੀ ਤਰ੍ਹਾਂ ਇਸ ਜੋਤ ਨਾਲ, ਇਸ ਸੱਚ ਦੇ ਸੂਰਜ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਵੇਖਦਾ ਹੈ। ਫਿਰ ਸਮਝ ਆਉਂਦੀ ਏ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿਉਂ ਆਖਿਆ ਸੀ। ਫਿਰ ਅਸਲ ਵਿੱਚ ਆਪਣੇ ਗੁਰੂ ਦੀ ਕਦਰ ਤੇ ਵਡਿਆਈ ਵੀ
ਸਹੀ ਅਰਥਾਂ ਵਿੱਚ ਇੱਥੇ ਹੀ ਸਮਝ ਵਿੱਚ ਆਉਂਦੀ। ਨਿਰਮਾਣਤਾ ਭਰੀ ਖੁਸ਼ੀ ਦੇ ਅਥਰੂ ਵਗਦੇ ਨੇ ਤੇ ਅਭਿਆਸੀ ਦੇ ਲੂਣ ਵਿੱਚੋਂ ਆਵਾਜ਼ ਨਿਕਲਦੀ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਇੱਕ ਵਾਰ ਦੀ ਗੱਲ ਏ, ਬੜਾ ਭਾਰੀ ਦੀਵਾਨ ਲੱਗਾ ਹੋਇਆ ਸੀ। ਇੱਕ ਪਾਸੇ ਬੀਬੀਆਂ ਤੇ ਦੂਜੇ ਪਾਸੇ ਸਿੰਘ ਬੈਠੇ ਹੋਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਚੀ ਥਾਂ ਤੇ ਪ੍ਰਕਾਸ਼ ਹੋਇਆ ਸੀ ਤੇ ਐਸੇ ਸਤਿਗੁਰੂ ਦੀ ਤਾਬਿਆ ਬਾਬਾ ਅਤਰ ਸਿੰਘ ਜੀ ਮਹਾਰਾਜ ਛੋਟੀ ਸਫੈਦ ਦਸਤਾਰ ਬੰਨ੍ਹ ਕੇ, ਕਾਲੀ ਕੰਬਲੀ ਓੜ ਕੇ, ਅੱਧ ਮੀਟੀਆਂ ਅੱਖਾਂ ਨਾਲ ਬਿਰਾਜਮਾਨ ਸਨ। ਉਹਨਾਂ ਦੇ ਚਿਹਰੇ ਤੇ ਬੜਾ ਜਲਾਲ ਠਾਠਾ ਮਾਰ ਰਿਹਾ ਸੀ। ਸ਼ਾਇਦ ਇਹ ਕਿਸੇ ਵਿਦਿਅਕ ਕਾਨਫਰੰਸ ਦੇ ਸਮੇਂ ਧਾਰਮਿਕ ਦੀਵਾਨ ਦਾ ਸਮਾਂ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਰਿਹਾ ਕਿਉਂਕਿ ਮੈਂ ਬਹੁਤ ਛੋਟਾ ਹੁੰਦਾ ਸਾਂ। ਰਾਗੀਆਂ ਦਾ ਕੀਰਤਨ ਸਮਾਪਤ ਹੋਣ ਮਗਰੋਂ ਬਾਬਾ ਜੀ ਨੂੰ ਸੰਗਤ ਵੱਲੋਂ ਬੇਨਤੀ ਹੋਈ ਕਿ ਬਾਬਾ ਜੀ ਸ਼ਬਦ ਪੜ੍ਹਨ। ਆਪ ਨੇ ਉਦੋਂ ਮਸਤਾਨੀ ਦਿਲ ਖਿੱਚਵੀਂ ਆਵਾਜ਼ ਵਿੱਚ ਪੜ੍ਹਿਆ, ਜਾਗਦੀ ਜੋਤ ਨੂੰ ਜਪੋ ਖਾਲਸਾ ਜੀ। ਇਸ ਤੁਕ ਦਾ ਪਹਿਲਾ ਹਿੱਸਾ ਜਾਗਦੀ ਜੋਤ ਨੂੰ ਬੀਬੀਆਂ ਪੜ੍ਹਦੀਆਂ ਸਨ ਤੇ ਦੂਜਾ ਹਿੱਸਾ ਜਪੋ ਖਾਲਸਾ ਜੀ ਸਿੰਘ ਪੜ੍ਹਦੇ ਸਨ। ਦਰਅਸਲ ਬਾਬਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਵਈਏ ਨੂੰ ਪੜ੍ਹ ਰਹੇ ਸਨ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਣੈ। ਜਿਵੇਂ ਜਿਵੇਂ ਸੰਗਤਾਂ ਇਸ ਤੁਕ ਨੂੰ ਪੜ੍ਹਦੀਆਂ ਸਨ, ਤਿਉਂ-ਤਿਉਂ ਇਹ ਜਾਗਦੀ ਜੋਤ ਜਿਵੇਂ ਮੇਰੀਆਂ ਅੱਖਾਂ ਸਾਹਮਣੇ ਨੱਚ ਰਹੀ ਸੀ। ਉਦੋਂ ਮੈਨੂੰ ਕੁਝ ਬਹੁਤੀ ਸਮਝ ਨਹੀਂ ਸੀ, ਪਰ ਇਸ ਕੌਤਕ ਨੂੰ ਮੈਂ ਬੜੀ ਹੈਰਾਨੀ ਨਾਲ ਵੇਖਦਾ ਤੇ ਖੁਸ਼ੀ ਵਿੱਚ ਬੇਸੁੱਧ ਹੁੰਦਾ ਜਾਂਦਾ ਸਾਂ। ਇੱਕ ਕੋਨੇ ਵਿੱਚ ਬੈਠਾ ਮੈਂ ਬਾਬਾ ਅਤਰ ਸਿੰਘ ਜੀ ਵੱਲ ਟਿਕਟਿਕੀ ਲਾ ਕੇ ਵੇਖ ਰਿਹਾ ਸਾਂ ਤੇ ਮੇਰੇ ਲੂੰ ਨੂੰ ਇਹ ਵਾਲੀ ਪੰਗਤੀ ਨੂਰੋ ਨੂਰ ਕਰ ਰਹੀ ਸੀ। ਅਭਿਆਸੀ ਨੂੰ ਜਦੋਂ ਆਪਣਾ ਤੇ ਇਸ ਨਿਰੰਜਨੀ ਜੋਤ ਦਾ ਸੰਬੰਧ ਮਾਲੂਮ ਹੋ ਜਾਏ ਤਾਂ ਉਸ ਨੂੰ ਅਜੀਬ ਤਸੱਲੀ ਤੇ ਧੀਰਜ ਆ ਜਾਂਦਾ ਹੈ। ਉਸ ਨੂੰ ਜ਼ਿੰਦਗੀ ਦਾ ਸੋਮਾ ਤੇ ਸੋਮੇ ਨਾਲ ਆਪਣਾ ਅਟੁੱਟ ਸੰਬੰਧ ਲੱਭ ਪੈਂਦਾ ਹੈ। ਉਸ ਨੂੰ ਯਕੀਨ ਆ ਜਾਂਦਾ ਹੈ ਕਿ ਉਹ ਉਸੇ ਨਿਰੰਜਨੀ ਜੋਤ ਨਾਲ ਕੋ ਐਗਜ਼ਿਸਟ ਕਰਦਾ ਹੈ, ਭਾਵ ਇਸੇ ਕਰਕੇ ਹੀ ਜੀਵਨ ਜਿਉਂਦਾ ਹੈ। ਉਸ ਜੀਵਨ ਰੂਪ ਨਿਰੰਜਨੀ ਜੋਤ ਦੇ ਸਾਹਮਣੇ ਖਲੋ ਕੇ ਵਿਗਸਦਾ ਤੇ ਫਿਰ ਮਾਣ ਨਾਲ ਕਹਿੰਦਾ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਬਚਨ ਆਸਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 391 ਤੇ ਦਰਜ ਨੇ। ਫਿਰ ਅਭਿਆਸੀ ਨੂੰ ਪਤਾ ਲੱਗ ਜਾਂਦਾ ਹੈ ਕਿ ਸਰੀਰ ਛੱਡਣ ਮਗਰੋਂ ਉਸ ਨੇ ਇਸੇ ਨਿਰੰਜਨੀ ਜੋਤ ਵਿੱਚ ਇੱਕ ਕਿਰਨ ਦੀ ਤਰ੍ਹਾਂ ਸਮਾ ਜਾਣਾ ਤੇ ਉਹ ਕਦੀ-ਕਦੀ ਆਪਣੇ ਆਪ ਨੂੰ ਇਸ ਨਿਰੰਜਨੀ ਜੋਤ ਵਿੱਚ ਅਲੋਪ ਕਰਕੇ ਇਸ ਜੀਵਨ ਵਿੱਚ ਮਰਨ ਤੋਂ ਬਾਅਦ ਦੀ ਹਾਲਤ ਦਾ ਤਜਰਬਾ ਕਰਦਾ ਹੈ। ਮੌਤ ਉਸ ਨੂੰ ਹੁਣ ਹਨੇਰਾ ਘੁੱਪ ਨਹੀਂ ਲੱਗਦੀ, ਸਗੋਂ ਹਮੇਸ਼ਾ ਜ਼ਿੰਦਗੀ ਦਾ ਵਸੀਲਾ ਜਾਪਦੀ ਹੈ। ਭਗਤ ਕਬੀਰ ਸਾਹਿਬ ਸੱਚ ਆਖਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਸ ਨੂੰ ਮੌਤ ਦਾ ਦਿਨ ਬੜਾ ਸ਼ੁਭ ਦਿਹਾੜਾ ਤੇ ਸ਼ਗਨਾਂ ਵਾਲਾ ਤੇ ਕਰਮਾਂ ਵਾਲਾ ਮੁਬਾਰਕ ਦਿਨ ਲੱਗਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਆਖਦੇ ਨੇ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸੱਦਨਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਆਮ ਤੌਰ ਤੇ ਜੋਤੀ ਜੋਤ ਮਿਲ ਜਾਣ ਦਾ ਮਤਲਬ ਸਰੀਰ ਛੱਡ ਜਾਣਾ ਜਾਂ ਮਰ ਜਾਣਾ ਸਮਝਿਆ ਜਾਂਦਾ।
ਪਰ ਅਭਿਆਸੀ ਇਸ ਸਰੀਰ ਵਿੱਚ ਰਹਿੰਦਿਆਂ ਹੀ ਜੋਤੀ ਵਿੱਚ ਜੋਤ ਮਿਲਣ ਦਾ ਆਨੰਦ ਹਾਸਲ ਕਰਦਾ ਹੈ। ਆਪ ਜੀਵਨ ਮੁਕਤ ਹੋ ਕੇ ਪਰਉਪਕਾਰ ਵਿੱਚ ਬਾਕੀ ਦਾ ਸਰੀਰਕ ਜੀਵਨ ਬਿਤਾਉਂਦਾ ਹੈ ਤੇ ਅੰਦਰਲੀ ਜਗ ਦੀ ਜੋਤ ਨਾਲ ਅਨੇਕਾਂ ਬੁਝੀਆਂ ਹੋਈਆਂ ਜੋਤਾਂ ਨੂੰ ਜਗਾਉਂਦਾ ਹੈ ਤੇ ਫਿਰ ਟਿਮਟਿਮਾਉਂਦੀਆਂ ਜੋਤਾਂ ਨੂੰ ਪ੍ਰਕਾਸ਼ਮਾਨ ਬਣਾ ਦਿੰਦਾ ਹੈ। ਸਮਾਂ ਆਉਣ ਤੇ ਖੁਦ ਇਸੇ ਜੋਤ ਵਿੱਚ ਅਸਲ ਅਰਥਾਂ ਵਿੱਚ ਲੀਨ ਹੋ ਜਾਂਦਾ ਹੈ। ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਦੀ ਐਲੀਮੈਂਟਸ ਆਫ ਮੈਟਾਫਿਜ਼ਿਕਸ ਵਿੱਚ ਪਾਲ ਡਸਨ ਇਸ ਤਰ੍ਹਾਂ ਵਰਣਨ ਕਰਦਾ ਹੈ, ਸੰਸਾਰ ਵਿੱਚ ਨਾ ਤੇ ਸੂਰਜ, ਨਾ ਤਾਰੇ, ਨਾ ਬਿਜਲੀ, ਨਾ ਧਰਤੀ ਦੀ ਅੱਗ ਆਪਣੇ ਆਪ ਚਮਕਦੀ ਏ। ਇਹ ਸਾਰਾ ਕੁਝ ਉਸ ਰੌਸ਼ਨ ਪ੍ਰਕਾਸ਼ ਪਰਮ ਆਤਮਾ ਦੇ ਪ੍ਰਤਾਪ ਨਾਲ ਚਮਕ ਰਹੀਆਂ ਨੇ। ਉਸ ਰੌਸ਼ਨੀ ਤੋਂ ਲੈ ਕੇ ਸਾਰਾ ਸੰਸਾਰ ਰੌਸ਼ਨ ਹੈ। ਇਹ ਜੋਤ ਵੀ ਵਾਹਿਗੁਰੂ ਜੀ ਦਾ ਇੱਕ ਸਰਗੁਣ ਸਰੂਪ ਹੀ ਹੈ, ਜਿਸ ਤੋਂ ਸਾਰਾ ਬ੍ਰਹਿਮੰਡ ਉਤਪੰਨ ਹੁੰਦਾ ਹੈ। ਮੈਂ ਇਸੇ ਜੋਤ ਨੂੰ ਈਸ਼ਵਰ ਸਮਝਦਾ। ਇਸ ਤੋਂ ਪਰੇ ਵਾਹਿਗੁਰੂ ਆਪਣੇ ਨਿਰਗੁਣ ਰੂਪ ਰੇਖ ਰੰਗ ਤੋਂ ਰਹਿਤ ਰੂਪ ਵਿੱਚ ਬਿਰਾਜਦਾ ਹੈ। ਜਿਸ ਗਿਆਨ ਅਤੇ ਜਿਸ ਨਾਲ ਪਰਚਾ ਵੀ ਅਭਿਆਸੀ ਦੀ ਆਖਰੀ ਮੰਜ਼ਿਲ ਹੈ। ਅਭਿਆਸੀ ਇਸ ਨਿਰਗੁਣ ਸਰੂਪ ਨੂੰ ਅਨੁਭਵ ਕਰਦਾ ਹੈ ਤੇ ਇਸ ਵਿੱਚ ਲੀਨ ਹੁੰਦਾ ਹੁੰਦਾ ਇੱਕ ਦਿਨ ਇਸ ਸਤ ਚਿੱਤ ਆਨੰਦ ਸਰੂਪ ਦਾ ਵਾਸੀ ਹੋ ਜਾਂਦਾ ਹੈ। ਇੱਥੇ ਇਹ ਜ਼ਿਕਰ ਕਰ ਦੇਣਾ ਵਾਧੂ ਨਹੀਂ ਹੋਵੇਗਾ ਕਿ ਮੁਕਤੀ ਦੇ ਸੰਬੰਧ ਵਿੱਚ ਮਹਾਤਮਾ ਵਿੱਚ ਦੋ ਖਿਆਲ ਪ੍ਰਸਿੱਧ ਨੇ। ਕਈ ਆਖਦੇ ਨੇ ਮੁਕਤੀ ਤਾਂ ਚੇਤਨਤਾ ਤੋਂ ਰਹਿਤ ਅਵਸਥਾ ਹੈ, ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਸਟੇਟ ਆਫ ਨੋ ਕੌਨਸ਼ੀਅਸਨੈਸ ਕਹਿੰਦੇ ਹਾਂ। ਜਾਂ ਫਿਰ ਕਈ ਆਖਦੇ ਨੇ ਮੁਕਤੀ ਤਾਂ ਇੱਕ ਹੱਦ ਦਰਜੇ ਦੀ ਚੇਤਨਤਾ ਹੈ, ਭਾਵ ਵਾਸਟਲੀ ਐਨਹਾਂਸਡ ਕੌਨਸ਼ੀਅਸਨੈਸ, ਇਹ ਵਾਲੀ ਅਵਸਥਾ ਹੈ। ਹਾਂ, ਪੂਰਨ ਅਭਿਆਸੀ ਇਹਨਾਂ ਦੋਹਾਂ ਅਵਸਥਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਦੋਹਾਂ ਦੀ ਸੱਚਾਈ ਤੋਂ ਜਾਣੂ ਹੁੰਦਾ। ਜਿਵੇਂ ਗੁਰੂ ਜੀ ਨੇ ਆਖਿਆ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ।